सही जावे ना जुदाई सजना, तेरे बिना दिल नहीं ओ लगना। सही जावे ना जुदाई सजना, तेरे बिना दिल नहीं ओ लगना। तेरी प्यारी प्यारी दो अखियां तड़पाए मुझे सारी रतियां, पैंदा सारी सारी रात जगना, तेरे बिना दिल नहीं ओ लगना। Let's not break it, baby, we will make it. No matter it takes whatever. Hold my hand, we have our own dreamland. Let's go there forever. Let's go there forever. Thank you. Thank you so much and welcome to Daily Post, Bobby Ji. Thank you so much. Well, ये तुसी आवाज सुनी प्यारी प्यारी दो अखियां. So let me tell you that कि I'm pretty sure ये गाना तुसी आप दे लेके because that winged eyeliner is, oh my god, I just love that. Well, thank you so much, Sonali. Daily Post ਦੇਖਦੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵਿੰਗਡ ਆਈਲਾਈਨਰ ਦੇ ਤਾਂ ਲੱਖਾਂ ਹੀ ਫੈਨ ਨੇ, ਹੁਣ ਮੈਂ ਕੀ ਦੱਸਾਂ। Pretty sure, without a doubt मैं कह सकती हूँ. I'm sure बहुत सारे fan होंगे क्योंकि being a girl I am sure ਤੁਸੀਂ ਸਮਝ ਸਕਦੇ ਹੋ ਕਿ ਇੱਥੇ ਸਹੀ ਲੱਗਦਾ ਹੈ ਤੇ ਇੱਥੇ ਨਾ ਖਰਾਬ ਹੋ ਜਾਂਦਾ ਹੈ, ਕਦੇ ਵੀ ਸੈੱਟ ਨਹੀਂ ਲੱਗਦਾ. ਐਂਡ ਹਾਊ ਕਮ ਆਈ ਨੀਡ ਅ ਟਿਪ ਫॉर दैट, ਕਿਵੇਂ ਲਾਇਆ ਤੁਸੀਂ? ਮੈਂ ਬਹੁਤ ਵਾਰੀ ਸੋਚਦੀ ਹੁੰਦੀ ਹਾਂ ਕਿ ਮੈਂ ਨਾ ਇਹ ਆਈਲਾਈਨਰ ਦੀ ਵੀਡੀਓ ਬਣਾ ਕੇ ਪਾ ਦਿੰਦੀ ਹਾਂ, ਬਟ ਫਿਰ ਮੈਨੂੰ ਲੱਗਦਾ ਹੁੰਦਾ ਕਿ ਲਗਾਣਾ ਹੀ ਤਾਂ ਔਖਾ ਹੈ ਤੇ ਲਗਾਣਾ ਵੀ ਤਾਂ ਮਤਲਬ ਇਹ ਆਪਣੇ ਆਪ ਤੇ ਹੀ ਹੁੰਦਾ ਕਿ ਬਸ ਇਹ ਨਾ ਮੇਰੀ ਬਹੁਤ ਸਾਲਾਂ ਦੀ ਪ੍ਰੈਕਟਿਸ ਆ, ਲੈਟ ਮੀ ਟੈਲ ਯੂ। ਐਂਡ ਆਲਸੋ ਕਿ ਮੈਂ ਬਚਪਨ ਤੋਂ ਹੀ ਪੇਂਟਿੰਗ ਬਹੁਤ ਵਧੀਆ ਕਰਦੀ ਹਾਂ। ਮੇਕਅਪ ਵੀ ਤਾਂ ਪੇਂਟਿੰਗ ਹੀ ਹੁੰਦੀ ਆ, ਮਤਲਬ ਇੱਥੇ ਪੇਂਟ ਕਰ ਲਿਆ, ਇੱਥੇ ਪੇਂਟ ਕਰ ਲਿਆ। ਦਿਸ ਇਜ਼ ਆਲ ਅਬਾਊਟ ਆਰਟ, ਹੱਥ ਤੁਹਾਡਾ ਕਿੱਦਾਂ ਚੱਲਦਾ। ਸੋ ਏਦਾਂ ਹੀ ਆ। ਬਾਕੀ ਉਹ ਗੱਲ ਹੋਰ ਆ ਕਿ ਸਾਡੇ ਲਾਇਆ ਥੋੜਾ ਜਿਹਾ ਅਲੱਗ ਲੱਗਦਾ। ਡਾਊਟ ਡਾਊਟ ਮੈਂ ਸੱਚੀ ਕਹਿ ਰਹੀ, ਤਾਂ ਹੀ ਮੈਨੂੰ ਲੱਗਾ ਕਿ ਗਾਣੇ ਤੋਂ ਸ਼ੁਰੂਆਤ ਕੀਤੀ ਜਾਵੇ ਸੋ ਦੈਟ ਮੈਂ ਇੱਕ ਅਲੱਗ ਤਰੀਕੇ ਨਾਲ ਤੁਹਾਨੂੰ ਕੰਪਲੀਮੈਂਟ ਕਰਾਂ। ਬਹੁਤ ਸੋਹਣੀ ਲੱਗੀ ਤੁਹਾਡੀ ਤਾਂ। ਥੈਂਕ ਯੂ ਸੋ ਮਚ ਜੀ। ਸੋ ਇਹਦੇ ਨਾਲ ਨਾਲ ਚਲੋ ਲਾਈਨਰ ਦਾ ਟਿਪ ਤੁਸੀਂ ਦੇਤਾ ਕਿ ਤੁਹਾਡੀ ਪ੍ਰੈਕਟਿਸ ਆ, ਕੋਈ ਫਿਟਨੈਸ ਟਿਪ, ਕਿਉਂਕਿ ਆਪਾਂ ਪਹਿਲੇ ਗੱਲ ਕਰ ਰਹੇ ਸੀ ਇਸ ਕਾਲ ਤੋਂ ਪਹਿਲਾਂ ਕਿ ਆਈ ਰੀਅਲੀ ਵਾਂਟ ਟੂ ਨੋ ਕਿ ਤੁਸੀਂ ਕੀ ਖਾਂਦੇ ਹੋ, ਕੀ ਪੀਂਦੇ ਹੋ, ਇੱਕ ਫਿਟਨੈਸ ਟਿਪ, ਕਿਉਂਕਿ ਕੋਰੋਨਾ ਚੱਲ ਰਿਹਾ ਹੈ, ਕੁਆਰੰਟੀਨ ਦੇ ਵਿੱਚ ਲੋਕੀ ਖਾ ਖਾ ਕੇ ਮੋਟੇ ਹੋਏ ਪਏ ਆ, ਸਪੈਸ਼ਲੀ ਕੁੜੀਆਂ। ਸੋ ਆਈ ਰੀਅਲੀ ਵਾਂਟ ਕਿ ਤੁਸੀਂ ਕੋਈ ਫਿਟਨੈਸ ਟਿਪ ਤਾਂ ਜ਼ਰੂਰ ਦੇਵੋ ਸਾਡੇ ਦਰਸ਼ਕਾਂ ਨੂੰ। ਵੈਲ ਦੇਖੋ, ਆਈ ਨੋ ਖਾਣਾ ਤਾਂ ਬਹੁਤ ਲੋਕਾਂ ਨੂੰ ਬਹੁਤ ਪਸੰਦ ਆ ਤੇ ਮੈਂ ਵੀ ਉਹਨਾਂ ਵਿੱਚੋਂ ਹੀ ਆਉਂਦੀ ਹਾਂ ਜੋ ਕਿ ਫੂਡ ਲਵਰ ਆ। ਸੋ ਖਾਣਾ ਮੈਨੂੰ ਵੀ ਬਹੁਤ ਪਸੰਦ ਆ। ਸੋ ਬੇਸਿਕਲੀ ਜੇ ਤੁਹਾਨੂੰ ਖਾਣਾ ਬਹੁਤ ਪਸੰਦ ਆ ਨਾ ਤੇ ਤੁਹਾਨੂੰ ਥੋੜਾ ਜਿਹਾ ਆਪਣੀ ਵਰਕਆਊਟ ਤੇ ਧਿਆਨ ਜ਼ਿਆਦਾ ਦੇਣਾ ਪੈਂਦਾ। ਸੋ ਕੁਝ ਲੋਕ ਹੁੰਦੇ ਨੇ ਜੋ ਖਾਣਾ ਇੰਨਾ ਨਹੀਂ ਲਾਈਕ ਕਰਦੇ, ਜਿੰਨਾ ਕੁ ਲੋੜ ਉਹਨਾਂ ਕੁ ਖਾ ਲੈਂਦੇ ਨੇ। ਤੇ ਜੇ ਸਾਡੇ ਵਰਗੀ ਕੁੜੀਆਂ ਦੀ ਗੱਲ ਕਰੋ, ਜੇ ਅਸੀਂ ਖਾਣਾ ਵੀ ਜ਼ਿਆਦਾ ਆ ਤੇ ਆਫ ਕੋਰਸ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਥੋੜਾ ਵਰਕਆਊਟ ਜ਼ਿਆਦਾ ਕਰਨਾ ਪੈਂਦਾ। ਐਂਡ ਬਿਸਾਈਡਸ ਦੈਟ ਕਿ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਹੈਗੀ ਆ ਤੁਹਾਡਾ ਸਵੇਰ ਦਾ ਬ੍ਰੇਕਫਾਸਟ। ਤੇ ਤੁਹਾਡੇ ਸਵੇਰ ਦੇ ਬ੍ਰੇਕਫਾਸਟ 'ਚ ਤੁਸੀਂ ਜੇ ਹੈਲਦੀ ਕਰਦੇ ਹੋ, ਮਤਲਬ ਉਹ ਤੁਹਾਡੇ ਪੂਰੇ ਦਿਨ ਦੀ ਜਿਹੜੀ ਨੀਂਵ ਹੁੰਦੀ ਨਾ ਤੇ ਉਹ ਹੁੰਦੀ ਹੈ, ਜੇ ਉਹ ਸਟਰੋਂਗ ਹੋਊਗੀ ਨਾ ਫਿਰ ਤੁਸੀਂ ਸਾਰਾ ਦਿਨ ਮਤਲਬ ਵਧੀਆ ਕੱਢ ਸਕਦੇ ਹੋ। ਸੋ ਸਵੇਰ ਦਾ ਜਿਹੜਾ ਬ੍ਰੇਕਫਾਸਟ ਆ ਉਹਨੂੰ ਹੈਲਦੀ ਕਰ ਲਓ ਤੇ ਫਰੂਟਸ ਖਾਓ ਬਹੁਤ ਸਾਰੇ, ਜਿੰਨੇ ਖਾ ਸਕਦੇ ਹੋ ਉਨੇ ਫਰੂਟਸ ਖਾਓ ਤੇ ਚੰਗਾ ਜਿਹਾ ਹੈਲਦੀ ਜਿਹਾ ਬ੍ਰੇਕਫਾਸਟ ਕਰੋ। ਟਰਾਈ ਟੂ ਅਵੋਇਡ ਆਟਾ, ਪਰੌਂਠੇ, ਚਾਹ ਸਵੇਰੇ ਸਵੇਰੇ। ਤੇ ਜਦ ਤੁਹਾਡਾ ਸਵੇਰ ਦਾ ਬ੍ਰੇਕਫਾਸਟ ਹੈਲਦੀ ਹੋ ਜਾਊ, ਵਧੀਆ ਹੋ ਜਾਊਗਾ, ਫਿਰ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਜਿੱਦਾਂ ਜਿੱਦਾਂ ਦਿਨ ਨਿਕਲਦਾ ਥੋੜਾ ਬਹੁਤ ਚੀਟ ਕਰ ਸਕਦੇ ਹੋ। ਜੇ ਤੁਹਾਡਾ ਦਿਲ ਕਰਦਾ ਨਾ ਤੇ ਦੁਪਹਿਰ ਤੋਂ ਬਾਅਦ ਜਾਂ ਤੁਸੀਂ ਥੋੜਾ ਬਹੁਤ ਇੱਕ ਅੱਧਾ ਪਰੌਂਠਾ ਖਾ ਸਕਦੇ ਹੋ, ਮਤਲਬ ਸਵੇਰੇ ਅਵੋਇਡ ਕਰ ਦਿਓ ਇਹਨਾਂ ਚੀਜ਼ਾਂ ਨੂੰ। ਤੇ ਆਫ ਕੋਰਸ ਰਾਤ ਨੂੰ ਤੁਸੀਂ ਲੇਟ ਨਾਈਟ ਜ਼ਿਆਦਾ ਨਾ ਖਾਓ, ਦੈਟਸ ਇਟ। ਤੇ ਖੂਬ ਸਾਰਾ ਪਾਣੀ ਪੀਓ। ਐਂਡ ਜੇ ਐਕਸਰਸਾਈਜ਼ ਨਹੀਂ ਕਰ ਸਕਦੇ ਹੋ, ਬਿਕਾਜ਼ ਐਕਸਰਸਾਈਜ਼ ਇਜ਼ 30%, 70% ਇਜ਼ ਯੋਰ ਡਾਈਟ। ਸੋ ਤੁਸੀਂ ਆਪਣੀ ਡਾਈਟ ਤੇ ਹੀ ਕੰਟਰੋਲ ਕਰਕੇ, ਜਿੰਨੀਆਂ ਵੀ ਲੇਡੀਜ਼ ਘਰੇ ਰਹਿੰਦੀਆਂ ਜੋ ਜਿਮ ਨਹੀਂ ਜਾ ਸਕਦੀਆਂ, ਆਰਾਮ ਨਾਲ ਫਿਟ ਰਹਿ ਸਕਦੀਆਂ। ਜੀ। ਸੋ ਮੈਂ ਫਿਟਨੈਸ ਟਿਪ ਜ਼ਰੂਰ ਫੋਲੋ ਕਰਾਂਗੀ ਬਿਕਾਜ਼ ਆਫ ਕੋਰਸ ਆਈ ਹੈਵ ਟੂ ਬੀ ਆਈ ਹੈਵ ਟੂ ਲੁੱਕ ਫਿਟ ਐਂਡ ਫਾਈਨ। ਸੋ You ਇਹਦੇ ਨਾਲ already are ਤੁਹਾਡੀ fit. much. Maybe I'm talking to you. That reflection on the vibes on the. That's why I'm looking into the camera. Oh. So ਇਹ ਤਾਂ ਗੱਲ ਹੋ ਗਈ ਤੁਹਾਡੀ ਫਿਟਨੈਸ ਦੀ। ਕੁਆਰੰਟੀਨ ਕਿਵੇਂ ਜਾ ਰਿਹਾ ਤੁਹਾਡਾ? ਤੁਸੀਂ ਜਿੱਥੇ ਗੱਲ ਕਰੀ ਫਿਟਨੈਸ ਕਰਦੇ ਹੋ, ਆਈ ਐਮ ਸ਼ੋਰ ਸਭ ਕੁਝ ਚੰਗੀ ਤਰ੍ਹਾਂ ਮੈਨੇਜ ਕਰਦੇ ਹੋਣੇ। ਜਿਸ ਕੁੜੀ ਨੂੰ ਲਾਈਨਰ ਇੰਨਾ ਮਤਲਬ ਪਰਫੈਕਟ ਲਾਣਾ ਆਉਂਦਾ ਹੈ, ਉਹਨੂੰ ਰੋਟੀ ਸਫਾਈ ਸਫੂਈ ਆਉਂਦੀ ਹੈ? ਮੈਂ ਪੁੱਛਣਾ ਸੀ ਇਹ ਕੁਐਸਚਨ। ਵੈਲ ਕਾਸ਼ ਮੈਂ ਹੁਣ ਕਿੱਦਾਂ ਦੱਸਾਂ ਤੁਹਾਨੂੰ। ਆਈ ਮੀਨ ਜੋ ਲੋਕ ਮੈਨੂੰ ਬਹੁਤ ਕਲੋਜ਼ ਜਾਣਦੇ ਆ
ਯੂ ਕੈਨ ਆਸਕ them, ਉਹਨਾਂ ਨੂੰ ਪੁੱਛ ਸਕਦੇ ਹੋ। ਮੈਂ ਹਮੇਸ਼ਾ ਆਪਣੀ ਇੰਟਰਵਿਊਜ਼ 'ਚ ਵੀ ਬੋਲਦੀ ਹਾਂ ਕਿ ਆਈ ਬਿਲੀਵ ਇਨ ਵਰਸੈਟਿਲਿਟੀ, ਹੈ ਨਾ। ਤੇ ਮੈਂ ਜਿੱਦਾਂ ਮਤਲਬ ਮੈਂ ਇਹੀ ਕਹੂੰਗੀ ਕਿ ਆਈ ਕੈਨ ਕੁਕ, ਆਈ ਕੈਨ ਸਿੰਗ, ਆਈ ਕੈਨ ਡਾਂਸ, ਆਈ ਕੈਨ ਐਕਟ। ਮੈਂ ਮਾਡਲ ਰਹਿ ਚੁੱਕੀ ਹਾਂ, ਮੈਂ ਆਰਟਿਸਟ ਵੀ ਹਾਂ, ਮੈਂ ਪੇਂਟਿੰਗ ਵੀ ਕਰਦੀ ਹਾਂ, ਐਂਡ ਹੋਰ ਬਹੁਤ ਸਾਰੀ ਇੱਦਾਂ ਦੀ ਚੀਜ਼ਾਂ ਹੈ ਜੋ ਮੈਂ ਕਰ ਸਕਦੀ ਹਾਂ। ਤੇ ਕੁਕਿੰਗ ਤਾਂ ਮੇਰੇ ਹੱਥ ਦਾ ਜੇ ਖਾਣਾ ਖਾਓਗੇ ਨਾ ਤੇ ਤੁਹਾਨੂੰ ਭੁੱਲ ਜਾਊਗਾ ਹੋਰ ਹੱਥ ਦਾ ਖਾਣਾ। ਯਾ ਆਮ ਰਾਈਟ, ਵਾਓ, ਇਹ ਤਾਂ ਐਬਸੋਲੂਟਲੀ। ਮੈਨੂੰ ਨਵੀਂ ਚੀਜ਼ ਪਤਾ ਲੱਗੀ ਨਾ। ਆਈ ਐਮ ਬਹੁਤ ਗਲੈਡ। ਸਾਰੇ ਇੰਡਸਟਰੀ ਦੇ ਇੱਦਾਂ ਦੇ ਆਰਟਿਸਟ ਨੇ, ਤੁਹਾਡੇ ਫੇਵਰਿਟ ਆਰਟਿਸਟ ਨੇ ਬਹੁਤ ਸਾਰੇ ਜੋ ਖਾ ਚੁੱਕੇ ਨੇ ਮੇਰੇ ਹੱਥਾਂ ਦਾ ਖਾਣਾ। ਵੈਰੀ ਨਾਈਸ। ਫਿਰ ਤਾਂ ਆਈ ਰੀਅਲੀ ਵਾਂਟ, ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਰਾਈਟ ਨਾਓ ਸ਼ੀ ਇਜ਼ ਇਨ ਕੈਨੇਡਾ। ਜਦੋਂ ਤੁਸੀਂ ਇੰਡੀਆ ਆਉਂਦੇ ਹੋ, ਆਈ ਰੀਅਲੀ ਵਾਂਟ, ਇਟਸ ਰਿਕੁਐਸਟ ਕਿ ਮੈਂ ਖਾਣਾ ਫਿਰ ਤੁਹਾਡੇ ਹੱਥ ਦਾ। ਜ਼ਰੂਰ ਜ਼ਰੂਰ ਜ਼ਰੂਰ, ਬਿਲਕੁਲ। ਸੋ ਬੇਸਿਕਲੀ ਆਪਾਂ ਡੇਲੀ ਲਾਈਫ ਚ ਕੁਕ ਵੀ ਖੁਦ ਹੀ ਕਰੀਦਾ। ਆਈ ਪ੍ਰੈਫਰ ਕਿ ਮੈਂ ਖੁਦ ਹੀ ਕੁਕ ਕਰਕੇ ਖਾਵਾਂ। ਬਿਲਕੁਲ। ਯਾ ਓਕੇ, ਸੋ ਜਿੱਥੇ ਕੁਆਰੰਟੀਨ ਦੀ ਗੱਲ ਹੋ ਰਹੀ ਆ, ਆਈ ਨੋ ਕਿ ਕੈਨੇਡਾ ਵਿੱਚ ਇੰਨਾ ਟਾਈਟ ਮਾਹੌਲ ਨਹੀਂ ਆ ਜਿਵੇਂ ਇੰਡੀਆ 'ਚ ਆ, ਬਟ ਮੈਨੂੰ ਸੁਣਨ 'ਚ ਆਇਆ ਸੀਗਾ ਕਿ ਉੱਥੇ ਕੁਛ ਇੱਕ ਸਿਟੀਜ਼ ਦੇ ਵਿੱਚ ਕੁਛ ਪ੍ਰੋਟੈਸਟ ਹੋ ਰਹੇ ਨੇ, ਲੋਕੀ ਪ੍ਰੋਟੈਸਟ ਕਰ ਰਹੇ ਨੇ ਲੋਕਡਾਊਨ ਦੇ ਕਰਕੇ। ਵੈਲ ਹਾਂ, ਬਿਕੋਜ਼ ਇੱਥੇ ਦੇ ਜਿਹੜੇ ਲੋਕ ਆ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਉਹ ਆਪਣੇ ਇੰਡੀਅਨ ਲੋਕਾਂ ਤੋਂ ਬਹੁਤ ਅਲੱਗ ਆ। ਸੋ ਲੋਕ ਇੱਦਾਂ ਦੇ ਨੇ ਕਿ ਇੱਥੇ ਦਾ ਕੁਛ ਮੌਸਮ ਵੀ ਇੱਦਾਂ ਦਾ ਹੈ ਕਿ ਜਦੋਂ ਥੋੜੀ ਜਿਹੀ ਧੁੱਪ ਨਿਕਲਦੀ ਆ ਤਾਂ ਲੋਕ ਬਾਹਰ ਜਾਂਦੇ ਆ, ਸਨਲਾਈਟ 'ਚ ਜਾਂਦੇ ਆ, ਐਂਡ ਦੇ ਟਰਾਈ ਟੂ ਕਿ ਆਪਾਂ ਸਨਲਾਈਟ ਲਈਏ, ਉਸ ਨੇਚਰ 'ਚ ਰਹਿਣਾ ਪਸੰਦ ਕਰਦੇ ਆ। ਤਾਂ ਇੰਨੇ ਟਾਈਮ ਤੱਕ ਘਰਾਂ 'ਚ ਬੰਦ ਹੋ ਕੇ ਕਿਤੇ ਨਾ ਕਿਤੇ ਲੋਕ ਇੱਥੇ ਬਹੁਤ ਪਰੇਸ਼ਾਨ ਆ, ਡਿਪਰੈਸਡ ਆ, ਐਂਡ ਫਰਸਟ੍ਰੇਟ ਹੋ ਰਹੇ ਆ ਕਿ ਆਪਾਂ ਫਟਾਫਟ ਬਾਹਰ ਜਾਈਏ। ਐਂਡ ਦੈਟਸ ਵਾਈ ਆਈ ਥਿੰਕ ਕੁਛ ਲੋਕ ਪ੍ਰੋਟੈਸਟ ਤੇ ਵੀ ਉਤਰ ਆਏ ਨੇ। ਦੈਟਸ ਬਿਕਾਜ਼ ਕਿ ਆਈ ਥਿੰਕ ਉਹਨਾਂ ਨੂੰ ਲੱਗਦਾ ਕਿ ਅੰਦਰ ਰਹਿ ਕੇ ਦਮ ਘੁੱਟ ਕੇ ਮਰਨ ਨਾਲੋਂ ਚੰਗਾ ਆਪਾਂ ਕਰੋਨਾ ਕਰਵਾ ਲਈਏ। ਬਿਕਾਜ਼ this is really tough, ਆਪਣੀ ਪੂਰੀ ਲਾਈਫ 'ਚ ਅਸੀਂ ਸਾਰੀ ਜ਼ਿੰਦਗੀ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨੇ ਟਾਈਮ ਤੱਕ ਆਪਣੇ ਘਰ 'ਚ ਹੀ ਬੰਦ ਹੋ ਕੇ ਰਿਹਾ ਹੋਊਗਾ। ਸੋ ਇਸ ਕਰਕੇ ਕੁਝ ਲੋਕ ਕਰ ਰਹੇ ਨੇ ਪ੍ਰੋਟੈਸਟ, ਐਂਡ ਐਬਸੋਲੂਟਲੀ ਆਈ ਕੈਨ ਅੰਡਰਸਟੈਂਡ ਕਿ ਕਿਉਂ ਹੋ ਰਿਹਾ ਸਭ ਕੁਝ। ਜੀ ਜੀ ਜੀ। ਜਿਸ ਟਾਈਮ ਇੰਡੀਆ ਦੀ ਗੱਲ ਕਰੀਏ, ਸੋ ਸਪੈਸ਼ਲੀ ਪੰਜਾਬ ਦੀ ਗੱਲ ਕਰੀਏ, ਸੋ ਮਾਹੌਲ ਇੱਥੇ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ। ਲੋਕੀ ਨੋ ਡਾਊਟ ਬਹੁਤ ਕੋਆਪਰੇਟ ਕਰ ਰਹੇ ਨੇ ਗਵਰਨਮੈਂਟ ਨਾਲ, ਬਟ ਫਿਰ ਵੀ ਕਿਤੇ ਨਾ ਕਿਤੇ ਚੀਜ਼ਾਂ ਬਹੁਤ ਜ਼ਿਆਦਾ ਆਈ ਕੈਨ ਸੇ ਬਹੁਤ ਹੀ ਜ਼ਿਆਦਾ ਟਫ ਹੋ ਰਹੀਆਂ ਲੋਕਾਂ ਦੀ। ਸੋ ਕਿਤੇ ਨਾ ਕਿਤੇ ਆਈ ਥਿੰਕ ਯੂ ਮਸਟ ਬੀ ਫੀਲਿੰਗ ਲੱਕੀ ਕਿ ਤੁਸੀਂ ਉੱਥੇ ਹੈਗੇ ਹੋ, ਭਾਵੇਂ ਆਪਣੇ ਦੇਸ਼ ਤੋਂ ਦੂਰ ਹੋ। ਇਟਸ ਕਾਈਂਡ ਆਫ I know a bad feeling ਤੁਸੀਂ ਦੂਰੋਂ ਦੇਖ ਰਹੇ ਹੋ, but somewhere you are safe, ਕਿਉਂਕਿ this is kind of a fight I can say right now ਕਿ ਹਰ ਇੱਕ ਬੰਦਾ ਜੇ ਆਪ ਸੇਫ ਆ ਤਾਂ ਹੀ ਦੂਜਿਆਂ ਨੂੰ ਸੇਫ ਰੱਖ ਸਕਦਾ। ਵੈਲ ਹੈ ਤਾਂ ਆਪਾਂ ਇੰਡੀਅਨ, ਹੈ ਨਾ, ਸਾਰੇ ਜਹਾਂ ਸੱਚਾ ਹਿੰਦੁਸਤਾਨ ਹਮਾਰਾ, ਇਹ ਤਾਂ ਹੈਗਾ ਹੀ ਆ। ਬਟ ਫਿਰ ਵੀ ਇਹਨਾਂ ਚੀਜ਼ਾਂ ਦੇ ਨਾਲ ਨਾਲ ਵੀ ਸਾਨੂੰ ਪਤਾ ਆ ਕਿ ਜਿਹੜੀਆਂ ਚੀਜ਼ਾਂ ਨਹੀਂ ਸਹੀ ਹੋ ਰਹੀਆਂ, ਸਾਨੂੰ ਸਭ ਨੂੰ ਪਤਾ ਹੈ ਕਿ ਜੋ ਚੀਜ਼ਾਂ ਹੈ ਜੋ ਨਹੀਂ ਸਹੀ ਹੋ ਰਹੀਆਂ, ਲੋਕ ਕੁਝ ਚੀਜ਼ਾਂ ਲਈ ਹੈਲਪ ਮਿਲ ਰਹੀ ਹੈ ਲੋਕਾਂ ਨੂੰ, ਬਟ ਕੁਝ ਚੀਜ਼ਾਂ ਲਈ ਲੋਕਾਂ ਨੂੰ ਬਿਲਕੁਲ ਹੈਲਪ ਨਹੀਂ ਮਿਲ ਰਹੀ ਹੈ, ਸਪੈਸ਼ਲੀ ਜਿਹੜੇ ਗਰੀਬ ਲੋਕ ਨੇ। ਸੋ ਜਿਹੜੇ ਇੰਨੇ ਕਿਲੋਮੀਟਰਸ ਚੱਲ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ, ਜੋ ਹਜੇ ਤੱਕ ਪਹੁੰਚੇ ਵੀ ਨਹੀਂ ਹੈਗੇ, ਕੁਝ ਰਸਤੇ 'ਚ ਹੀ ਰਹਿ ਗਏ ਨੇ, ਤੇ ਕੁਝ ਮੈਂ ਨਿਊਜ਼ ਪੜ੍ਹੀ ਸੀ ਕਿ ਕੁਝ ਲੋਕ, ਕਈ ਲੋਕਾਂ ਦੀ ਡੈਥ ਹੋ ਗਈ ਆ ਰੇਲਵੇ ਟਰੈਕ ਤੇ, ਉਹ ਜਿਹੜੇ ਰੈਸਟ ਕਰ ਰਹੇ ਸੀਗੇ, ਸੌਂ ਰਹੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਸੁਣ ਕੇ ਨਾ ਬਹੁਤ ਦਿਲ ਦੁਖਦਾ ਆ। ਤੇ ਮਤਲਬ ਏਦਾਂ ਲੱਗਦਾ ਹੁੰਦਾ, ਇਟਸ ਨਾਟ ਅਬਾਊਟ ਕੈਨੇਡਾ ਔਰ ਇੰਡੀਆ, ਇਟਸ ਜਸਟ ਕਿ ਏਦਾਂ ਲੱਗਦਾ ਹੁੰਦਾ ਕਿ ਇਹ ਸਭ ਕਿਉਂ ਹੋ ਰਿਹਾ, ਹੈ ਨਾ। ਜਿਹੜੀ ਚੀਜ਼ ਇੱਕ ਬੜੀ ਚੰਗੇ ਤਰੀਕੇ ਨਾਲ ਮੈਨੇਜ ਹੋ ਸਕਦੀ ਹੈ ਤੇ ਉਹ ਚੀਜ਼ ਏਦਾਂ ਕਿਉਂ ਹੋ ਰਹੀ ਆ। ਤੋ ਇਹ ਚੀਜ਼ਾਂ ਸੋਚ ਕੇ ਕਦੀ ਕਦੀ ਬੰਦਾ ਫੈਡ ਅਪ ਹੋ ਕੇ ਸੋਚਦਾ ਹੁੰਦਾ ਕਿ ਯਾਰ ਠੀਕ ਆ, ਵਧੀਆ ਜਿੱਥੇ ਹੈਗੇ ਆ ਬੈਠੇ ਆ, ਬਟ ਆਖਿਰਕਾਰ ਹੈ ਤਾਂ ਆਪਣੀ ਮਿੱਟੀ, ਆਪਣਾ ਦੇਸ਼, ਅਸੀਂ ਉੱਥੇ ਪੈਦਾ ਹੋਏ ਹਾਂ, ਤੇ ਆਪਣੀ ਚੀਜ਼ ਨਾਲ ਹਮੇਸ਼ਾ ਲਗਾਵ ਹੁੰਦਾ, ਖਿੱਚ ਹੁੰਦੀ ਆ ਉਸ ਚੀਜ਼ 'ਚ, ਤੇ ਉਹ ਚੀਜ਼ ਹਮੇਸ਼ਾ ਫੀਲ ਹੁੰਦੀ ਆ, ਬੁਰਾ ਲੱਗਦਾ। ਤੇ ਏਦਾਂ ਵੇਟ ਹੀ ਕਰ ਸਕਦੇ ਕਿ ਕਦੋਂ ਆਪਣੇ ਦੇਸ਼ ਦੇ ਮਾਹੌਲ ਸੁਧਰਨਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਆਪਣੇ ਐਲਕੋਹਲ, ਦਾਰੂ ਦੇ ਠੇਕੇ ਕਿੱਦਾਂ ਖੁੱਲ ਚੁੱਕੇ ਨੇ, ਤੇ ਲੋਕ, I mean, this is really stupid, ਕਹਿ ਸਕਦੀ ਹਾਂ ਮੈਂ। ਕਿੱਦਾਂ ਗਰੀਬ ਲੋਕ ਜਿਹੜੇ ਭੁੱਖੇ ਮਰ ਰਹੇ ਨੇ, ਜਿਨ੍ਹਾਂ ਕੋਲ ਖਾਣ ਨੂੰ ਖਾਣਾ ਨਹੀਂ ਹੈਗਾ, ਤੇ ਇੱਕ ਪਾਸੇ ਏਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਹਰਟ ਕਰਦੀਆਂ। ਅਦਰਵਾਈਜ਼ ਆਈ ਮਿਸ ਮਾਈ ਫੈਮਿਲੀ, ਮੇਰੀ ਫੈਮਿਲੀ ਇੰਡੀਆ 'ਚ ਆ ਤੇ ਉਹ ਘਰਾਂ 'ਚ ਬੰਦ ਨੇ, ਤੇ ਮੈਂ ਇੱਥੇ ਬਾਹਰ ਆ ਜਾ ਸਕਦੀ ਹਾਂ। ਸੋ ਮੈਨੂੰ ਇਹ ਛੂਟ ਆ, ਇਸ ਕਰਕੇ ਬਸ ਇਹ ਫਰਕ ਆ। ਤੇ ਇਹ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਦੁਨੀਆ 'ਚ ਕਿਤੇ ਵੀ ਰਵਾਂਗੇ ਤੇ ਉਹ ਦਿਲ ਨੂੰ ਹਰਟ ਹੋਣਗੀਆਂ ਹੀ ਜਦੋਂ ਵੀ ਇੰਡੀਆ ਬਾਰੇ ਕੁਝ ਵੀ ਹੋਊਗਾ। ਬਿਲਕੁਲ ਬਿਲਕੁਲ, ਆਈ ਗॉट ਇਟ। ਇੰਡੀਅਨ ਹੋ, ਜਿੱਥੇ ਇੰਡੀਅਨਸ ਦੀ ਗੱਲ ਹੋ ਰਹੀ ਆ, ਪੰਜਾਬੀ ਹੋ, ਪੰਜਾਬ ਨਾਲ ਜੁੜੇ ਹੋਏ ਹੋ, ਐਜ਼ ਯੂ ਸੈਡ ਦੈਟ। ਸੋ ਥੋੜ੍ਹੀ ਜਿਹੀ ਗਾਣਿਆਂ ਬਾਰੇ ਵੀ ਗੱਲ ਕਰਾਂਗੇ ਆਪਾਂ ਕਿ ਇਸ ਟਾਈਮ ਦੇ ਵਿੱਚ ਬਹੁਤ ਸਾਰੇ ਅਜਿਹੇ ਆਰਟਿਸਟ ਨੇ ਜਿਹੜੇ ਸਾਹਮਣੇ ਆ ਕੇ ਬੋਲ ਰਹੇ ਨੇ, ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਤਾ ਕਿ ਜੇ ਇਹ ਲਾਈਵ ਇੰਟਰਵਿਊ, ਫੋਰ ਐਗਜ਼ਾਮਪਲ ਆਮ ਡੂਇੰਗ ਇਟ ਵਿਦ ਯੂ, ਤੁਹਾਨੂੰ ਜਿਵੇਂ ਗਾਣਾ ਗਾਣ ਲਈ ਕਿਹਾ, ਯੂ ਵਰ ਵੈਰੀ ਕੂਲ ਵਿਦ ਇਟ ਬਿਕਾਜ਼ ਯੂ ਨੋ ਦੈਟ ਯੂ ਹੈਵ ਲਰਨ ਐਂਡ ਦੈਟਸ ਵਾਈ ਯੂ ਕੇਮ ਹੇਅਰ ਐਂਡ
ਇਸੇ ਲਈ ਸ਼ਾਇਦ ਤੁਸੀਂ ਇਸ ਜੋਗੇ ਹੋਏ ਕਿ ਆਪਾਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਦਿਸ ਇਜ਼ ਅ ਫੈਕਟ ਓਬਵੀਅਸਲੀ। ਤੇ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਮੈਂ ਇਹ ਗੱਲ ਕਹੀ ਆ, ਤੇ ਬਹੁਤ ਸਾਰੇ ਆਰਟਿਸਟ ਨੇ ਵੀ ਇਹ ਗੱਲ ਕਹੀ ਆ ਕਿ ਇਸ ਟਾਈਮ ਦੇ ਵਿੱਚ ਨਾ ਕੋਈ ਆਟੋ ਟਿਊਨ ਕੰਮ ਨਹੀਂ ਆਉਣਾ। ਇਸ ਟਾਈਮ ਦੇ ਵਿੱਚ ਰੀਅਲ ਆਰਟਿਸਟ ਸਾਹਮਣੇ ਆ ਰਹੇ ਨੇ, ਰੀਅਲ ਵੌਇਸਿਸ ਸਾਹਮਣੇ ਆ ਰਹੇ, ਰੀਅਲ ਟੈਲੈਂਟ ਸਾਹਮਣੇ ਆ ਰਹੇ, ਤੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਜਿਹੜੇ ਐਕਚੁਅਲ ਦੇ ਵਿੱਚ ਸਿਰਫ ਪ੍ਰਟੈਂਡ ਕਰਕੇ ਗਾਉਂਦੇ ਆ ਉਹ ਸ਼ਾਇਦ ਪਿੱਛੇ ਹੋ ਜਾਣ ਤੇ ਰੀਅਲ ਅੱਗੇ ਚੱਲ ਜਾਣ ਆਰਟਿਸਟ। ਸੋ ਵਾਟ ਇਜ਼ ਯੋਰ ਥਾਟ ਔਨ ਦੈਟ? ਵੈਲ, ਇੱਕ ਹੁੰਦੀ ਆ ਓਰੀਜਨਲ ਚੀਜ਼, ਇੱਕ ਹੁੰਦੀ ਆ ਡੁਪਲੀਕੇਟ, ਹੈ ਨਾ। ਤੇ ਲੋਕ ਦੋਨੋਂ ਖਰੀਦਦੇ ਆ, ਲੋਕ ਦੋਨੋਂ ਚੀਜ਼ਾਂ ਖਰੀਦਦੇ ਨੇ, ਲੇਕਿਨ ਜਿਨ੍ਹਾਂ ਨੂੰ ਪਰਖਾ, ਜਿਹੜੇ ਜਿਹੜੇ ਅਸਲੀ ਚੀਜ਼ ਦੇ ਜਿਹੜੇ ਸ਼ੌਕੀਨ ਆ ਲੋਕ, ਉਹ ਅਸਲੀ ਹੀ ਲੈਣਗੇ। ਤੇ ਡੁਪਲੀਕੇਟ ਚੀਜ਼ ਤੁਸੀਂ ਲੈ ਲਓਗੇ, ਕੁਝ ਦਿਨ ਚੱਲੂਗੀ ਵੀ, ਤੁਹਾਨੂੰ ਮਜ਼ਾ ਵੀ ਆਊਗਾ, ਲੇਕਿਨ ਉਹ ਬਹੁਤ ਜਲਦੀ ਖਰਾਬ ਹੋ ਜੂਗੀ। ਸੋ ਐਗਜ਼ੈਕਟਲੀ ਇਹੀ ਮੈਂ ਆਈ ਥਿੰਕ ਇਸ ਲਾਈਨ 'ਚ ਸਾਰਾ ਕੁਝ ਬੋਲਦਾ ਆ। ਸੋ ਕਹਿੰਦੇ ਹੁੰਦੇ ਆ ਓਰੀਜਨੈਲਿਟੀ ਤੇ ਜਿਹੜਾ ਫੇਕਨੈਸ ਹੁੰਦੀ, ਉਹਦੇ 'ਚ ਬਹੁਤ ਫਰਕ ਹੁੰਦਾ ਆ। ਤੇ ਮਿਹਨਤ ਕਰਕੇ ਆਉਣਾ ਇਸ ਫੀਲਡ 'ਚ, ਸਿੰਗਿੰਗ ਸਿੱਖਣੀ ਮੈਨੂੰ ਵੀ ਲੱਗਦਾ ਹੁੰਦਾ ਕਿ ਬਹੁਤ ਜ਼ਰੂਰੀ ਆ। ਬਟ ਦੇਖੋ, ਬਹੁਤ ਸਾਰੇ ਇਹੋ ਜਿਹੇ ਗਾਣੇ, ਇਹੋ ਜਿਹੇ ਸਿੰਗਰਸ ਆ, ਤੇ ਜੇ ਮਤਲਬ ਬਟ ਉਹ ਵਿਕਦਾ ਕਿਉਂ? ਕਿਉਂਕਿ ਲੋਕ ਸੁਣਦੇ ਆ, ਲੋਕ ਸੁਣ ਰਹੇ ਆ ਉਸ ਚੀਜ਼ ਨੂੰ। ਤੇ ਜਦੋਂ ਤੱਕ ਲੋਕ ਸੁਣਦੇ ਰਹਿਣਗੇ, ਜਦੋਂ ਤੱਕ ਇਦਾਂ ਦੀ ਮਾਰਕੀਟ ਰਹੂਗੀ, ਤੇ ਉਦੋਂ ਤੱਕ ਇਦਾਂ ਦੀ ਚੀਜ਼ਾਂ ਹੁੰਦੀਆਂ ਰਹਿਣਗੀਆਂ। ਲੇਕਿਨ ਉਸ ਇਦਾਂ ਦੀ ਭੀੜ 'ਚ ਉਹ ਲੋਕ ਵੀ ਹੈਗੇ ਨੇ ਜਿਹੜੇ ਪਛਾਣਦੇ ਨੇ ਅਸਲੀ ਆਰਟਿਸਟਾਂ ਨੂੰ, ਅਸਲੀ ਆਵਾਜ਼ ਨੂੰ, ਅਸਲੀ ਗਾਇਕੀ ਨੂੰ। ਤੇ ਮੈਂ ਇਹੀ ਕਹੂੰਗੀ ਕਿ ਜਿਹੜੀ ਇਹ ਅਸਲੀ ਚੀਜ਼ ਆ, ਇਹ ਲੌਂਗ ਰਨ 'ਚ ਬਹੁਤ ਕੰਮ ਆਉਂਦੀ ਆ। ਮਤਲਬ ਫੋਰ ਐਗਜ਼ਾਮਪਲ ਤੁਸੀਂ ਦੇਖ ਲਓ, ਮੇਰਾ ਸੌਂਗ 4-5 ਸਾਲ ਪਹਿਲਾਂ ਰਿਲੀਜ਼ ਹੋਇਆ ਸੀਗਾ ਜੀ, ਤੇ ਉਹ ਕਿਉਂ ਚੱਲਿਆ? ਬਿਕਾਜ਼ ਇਟਸ ਮੈਲੋਡੀਅਸ, ਇਟਸ ਨਾਈਸ, ਮਿਊਜ਼ਿਕ ਵਧੀਆ, ਸਾਰਾ ਕੁਝ ਵਧੀਆ। ਜੇ ਉਹ ਏਦਾਂ ਹੀ ਹੁੰਦਾ, ਆਟੋ ਟਿਊਨ ਮੈਨੂੰ ਨਹੀਂ ਵਧੀਆ ਹੁੰਦਾ, ਤੇ ਮੈਨੂੰ ਨਹੀਂ ਲੱਗਦਾ ਇੰਨਾ ਜ਼ਿਆਦਾ ਉਹਨੂੰ ਰਿਸਪੌਂਸ ਮਿਲਦਾ। ਸੋ ਜਦੋਂ ਤੁਸੀਂ ਕੋਈ ਵਧੀਆ ਚੀਜ਼ ਕਰ ਦਿੰਦੇ ਹੋ ਨਾ, ਤੇ ਉਹਦਾ ਤੁਹਾਨੂੰ ਰਿਜ਼ਲਟ ਵਧੀਆ ਜ਼ਰੂਰ ਮਿਲਦਾ, ਐਂਡ ਉਹ ਤੁਹਾਡੀ ਸਾਰੀ ਜ਼ਿੰਦਗੀ 'ਚ ਇਨ ਲੌਂਗ ਰਨ ਤੁਹਾਡੇ ਲਈ ਬਹੁਤ ਫਾਇਦਾ ਰਹਿੰਦਾ। ਤੇ ਇਹੀ ਕਹਿ ਸਕਦੀ ਹਾਂ ਮੈਂ। ਬਾਕੀ ਲੋਕਾਂ ਦੀ ਚੋਇਸ ਆ, ਲੋਕ ਕੀ ਸੁਣਨਾ ਚਾਹੁੰਦੇ ਆ, ਡੈਫੀਨੇਟਲੀ ਉਹਨਾਂ ਤੇ ਆ। ਬਿਲਕੁਲ ਬਿਲਕੁਲ ਬਿਲਕੁਲ। ਜਿੱਥੇ ਗੱਲ ਹੋ ਰਹੀ ਹੈ ਸਿੰਗਿੰਗ ਦੀ, ਸੋ ਆਈ ਰੀਅਲੀ ਵਾਂਟ ਟੂ ਆਸਕ ਕਿ ਅੱਜ ਕੱਲ੍ਹ ਦੇ, ਕਿਉਂਕਿ ਤੁਸੀਂ ਬਹੁਤ ਪਹਿਲਾਂ ਤੋਂ ਕਰ ਰਹੇ ਹੋ, ਬਹੁਤ ਜ਼ਿਆਦਾ ਪਹਿਲਾਂ ਨਹੀਂ, ਬਟ ਐਟਲੀਸਟ ਯੂ ਆਰ ਆਈ ਕੈਨ ਸੇ, ਇਹ ਕਹਿੰਦੇ ਨਾ ਐਕਸਪੀਰੀਅੰਸਡ, ਹੰਡੇ ਹੋਏ, ਸੋ ਯੂ ਨੋ ਐਵਰੀਥਿੰਗ। ਤੁਸੀਂ ਆਈ ਥਿੰਕ ਮਤਲਬ ਕਿਸੇ ਨੂੰ ਵੀ ਪਛਾਣ ਸਕਦੇ ਹੋ ਈਜ਼ੀਲੀ, ਵੌਇਸ ਤੋਂ ਨਹੀਂ। ਉਹ ਕਹਿੰਦੇ ਨਾ ਮਤਲਬ ਇੱਕ ਯੂ ਜਸਟ ਨੀਡ ਅ ਸਿੰਗਲ ਐਕਸ਼ਨ ਫਰੋਮ ਸਮਬਡੀ ਐਂਡ ਯੂ ਵਿਲ ਗੈਟ ਕਿ ਕਿੰਨਾ ਲੈਵਲ ਆ, ਕਿੱਥੇ ਸਟੈਂਡ ਕਰਦੇ ਆ। ਸੋ ਅੱਜ ਕੱਲ੍ਹ ਦੇ ਜੇ ਮੈਂ ਆਰਟਿਸਟ ਦੀ ਗੱਲ ਕਰਾਂ, ਐਨੀਵਨ, ਫੀਮੇਲ ਔਰ ਮੇਲ, ਕੌਣ ਤੁਹਾਨੂੰ ਲੱਗਦਾ ਹੈ ਕਿ ਇਨ ਫਿਊਚਰ 'ਚ ਤੁਸੀਂ ਕੰਮ ਕਰੋਗੇ ਬਿਕਾਜ਼ ਹੀ ਔਰ ਸ਼ੀ ਹੈਜ਼ ਦੈਟ ਸਪਾਰਕ, ਤੁਸੀਂ ਦੇਖਦੇ ਹੋ, ਜਾਂ ਫਿਰ ਯੂ ਵਿਲ ਲਾਈਕ ਕਿ ਯਾਰ ਦਮ ਨਹੀਂ ਆ? ਲਾਈਕ ਆਈ ਜਸਟ ਵਾਂਟ ਟੂ ਨੋ ਦ ਡਿਫਰੈਂਸ। ਕਿ ਮੈਂ ਕਿਹਦੇ ਨਾਲ ਕੰਮ ਕਰਨਾ ਚਾਹੂੰਗੀ? ਯਾ, ਐਂਡ ਕੌਣ ਏਦਾਂ ਤੁਹਾਨੂੰ ਲੱਗਦਾ ਹੈ ਕਿ ਸਿੱਖਣ ਦੀ ਹੋਰ ਲੋੜ ਆ? ਅੱਛਾ, ਕਿ ਮੈਂ ਮਤਲਬ ਦੱਸਾਂ ਕਿ ਕਿਹਨੂੰ ਸਿੱਖਣ ਦੀ ਲੋੜ ਆ? ਇੱਕ ਤੁਸੀਂ ਕਿਹਦੇ ਨਾਲ ਕਰਨਾ ਚਾਹੁੰਦੇ ਹੋ? ਲਾਈਕ ਆਈ ਹੈਵ ਗਿਵ ਯੂ ਟੂ ਆਪਸ਼ਨਸ, ਲਾਈਕ ਟੂ ਕੁਐਸਚਨਸ ਆਮ ਆਸਕਿੰਗ ਯੂ, ਕਿ ਇੱਕ ਕਿਹਦੇ ਨਾਲ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਮੈਂ ਕਰਨਾ ਚਾਹੁੰਦੇ ਬਿਕਾਜ਼ ਆਈ ਲਾਈਕ, ਕਿਉਂਕਿ ਤੁਸੀਂ ਇੱਕ ਸਿੰਗਰ ਹੋ, ਸਿੰਗਰ ਨਾਲ ਹੀ ਕਰਨਾ ਚਾਹੋਗੇ। ਓਕੇ, ਸੋ ਦੇਖੋ, ਟੂ ਬੀ ਵੈਰੀ ਓਨੈਸਟ, ਮੈਂ ਤੁਹਾਨੂੰ ਦੱਸਾਂ ਕਿ ਬਹੁਤ ਇਹੋ ਜਿਹੇ ਕਾਫੀ ਸਿੰਗਰ ਨੇ ਜਿਹੜੇ ਚੱਲ ਵੀ ਰਹੇ ਨੇ, ਲੇਕਿਨ ਉਹਨਾਂ ਨੂੰ ਸਿੱਖਣ ਦੀ ਬਹੁਤ ਲੋੜ ਆ। ਤੇ ਇੱਕ ਹੋਵੇ ਤਾਂ ਇੱਕ ਦਾ ਨਾਮ ਲਵਾਂ ਤੇ ਕਾਫੀ ਆ, ਚਾਹੇ ਉਹ ਤੁਸੀਂ ਫੀਮੇਲ ਲੈ ਲਓ, ਚਾਹੇ ਮੇਲ ਲੈ ਲਓ। ਤੇ ਫੈਕਟ ਆ, ਇਹ ਸ਼ਾਇਦ ਸੁਣ ਕੇ ਉਹਨਾਂ ਨੂੰ ਗੁੱਸਾ ਵੀ ਲੱਗੂਗਾ, ਬਟ ਦਿਸ ਇਜ਼ ਫੈਕਟ। ਮਤਲਬ ਕਈ ਜਗ੍ਹਾ ਤੇ ਇਦਾਂ ਦੀ, ਬਟ ਜਦੋਂ ਉਹ ਤੁਸੀਂ ਲਾਈਵ ਗਾਉਂਦੇ ਆ, ਜਦੋਂ ਤੁਸੀਂ ਕਿਤੇ ਵੀ ਜਾ ਕੇ ਲਾਈਵ ਪਰਫਾਰਮ ਕਰਦੇ ਆ, ਤਾਂ ਉਦੋਂ ਪਤਾ ਲੱਗ ਜਾਂਦਾ। ਸੋ ਆਫ ਕੋਰਸ ਜਿਹੜੇ ਉਹੀ ਗੱਲ ਆ ਜਾਂਦੀ ਆ ਕਿ ਜਿਹੜੇ ਸਿੱਖ ਕੇ ਆਏ ਨੇ, ਜਿਹੜੇ ਵਧੀਆ ਗਾਉਂਦੇ ਨੇ, ਉਹ ਜਦੋਂ ਤੁਸੀਂ ਦੇਖੋਗੇ ਨਾ ਕਿ ਬਹੁਤ ਸਾਲਾਂ ਤੋਂ ਬਰਕਰਾਰ ਆ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਦੈਟਸ ਇਟ। ਤੇ ਮੈਂ ਜਿਨ੍ਹਾਂ ਨਾਲ ਕੰਮ ਕਰਨਾ ਚਾਹੂੰਗੀ, ਆਫ ਕੋਰਸ ਜਿਹੜੇ ਵੀ ਵਧੀਆ ਗਾਉਂਦੇ ਨੇ, ਮੈਂ ਚਾਹਾਂਗੀ ਕੰਮ ਕਰਨਾ, ਮੈਨੂੰ ਐਜ਼ ਅ ਰੈਪਰ ਮੈਂ ਚਾਹੂੰਗੀ ਮੈਂ ਬੋਹੇਮੀਆ ਨਾਲ ਕੰਮ ਕਰਾਂ। ਤੇ ਸਿੰਗਰ ਵਿੱਚੋਂ ਦਿਲਜੀਤ ਦੋਸਾਂਝ ਬਹੁਤ ਵਧੀਆ ਗਾਉਂਦੇ ਨੇ, ਹੈਨਾ। ਤੇ ਕਾਫੀ ਸਾਰੇ ਲੋਕ ਨੇ, ਬਟ ਇਹ ਤੁਸੀਂ ਪੁੱਛਿਆ ਤਾਂ ਮੈਂ ਕਹਿ ਰਹੀ ਹਾਂ। ਅਦਰਵਾਈਜ਼ ਆਮ ਜਸਟ ਵਰਕਿੰਗ ਔਨ ਮਾਈਸੈਲਫ। ਬਟ ਆਬਵੀਅਸਲੀ ਯੂ ਲਾਈਕ ਇਟਸ ਜਸਟ ਕਿ ਕੋਈ ਏਦਾਂ ਨਹੀਂ ਹੈਗਾ ਕਿ ਫੇਵਰੇਟ ਆ, ਕਿ ਵਾਓ ਮੈਂ ਰਹਿ ਨਹੀਂ ਪਾ ਰਹੀ। ਆਪਣੀ ਫੇਵਰੇਟ ਹੂੰ, we can say that, ਮੈਂ ਆਪਣੀ ਫੇਵਰੇਟ ਹੂੰ। 100% my favorite ਆ, ਐਂਡ ਮੈਂ ਕਿਸੇ ਨਾਲ ਵੀ ਕੰਪੀਟੀਸ਼ਨ ਨਹੀਂ ਰੱਖਦੀ। ਮਤਲਬ ਮੈਨੂੰ ਨਹੀਂ ਲੱਗਦਾ ਹੁੰਦਾ ਕਿ, ਪਰ ਜਦ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੀਟ ਕਰਨ ਲੱਗ ਪੈਂਦੇ ਹੋ, ਕੰਪੇਅਰ ਕਰਨ ਲੱਗ ਪੈਂਦੇ ਹੋ, ਤੁਸੀਂ ਆਪਣੇ ਆਪ ਨੂੰ ਹੀ ਨੀਚੇ ਸੱਟ ਲੈਂਦੇ ਹੋ।
ਸੋ ਉਹ ਕਰਨ ਦੀ ਲੋੜ ਹੀ ਨਹੀਂ ਹੈਗੀ। ਸੋ ਹਰੇਕ 'ਚ ਆਪਣਾ ਆਪਣਾ ਟੈਲੈਂਟ ਆ। ਤੁਹਾਨੂੰ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਨ ਦੀ ਲੋੜ ਹੀ ਨਹੀਂ ਹੈਗੀ ਤੇ ਮੈਂ ਵੀ ਨਹੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਦੀ ਬਿਕਾਜ਼ ਮੈਨੂੰ ਪਤਾ ਹੈ ਮੇਰਾ ਆਪਣਾ ਇੱਕ ਰਸਤਾ ਆ, ਮੇਰੀ ਆਪਣੀ ਇੱਕ ਸੋਚ ਆ ਤੇ ਮੇਰੀ ਆਪਣੀ ਇੱਕ ਡੈਸਟੀਨੇਸ਼ਨ ਆ ਜਿੱਥੇ ਮੈਂ ਪਹੁੰਚਣਾ ਹੈ। ਜੀ 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 that's very great actually, that's great. So ਜੇ ਮੈਂ ਪੁੱਛਾਂ ਕਿ ਹੁਣ ਪੰਜਾਬੀ ਇੰਡਸਟਰੀ no doubt ਲੈਵਲ ਉੱਚਾ ਹੀ ਜਾ ਰਿਹਾ ਜੇ ਦੇਖਿਆ ਜਾਵੇ। ਕਈ ਆਰਟਿਸਟ ਇਹੋ ਜਿਹੇ ਨੇ ਜੋ ਐਕਚੁਅਲ 'ਚ ਪੁਸ਼ ਕਰ ਰਹੇ ਆ ਚੰਗੇ ਲਈ ਤੇ ਬਾਲੀਵੁੱਡ ਵੀ ਫੋਲੋ ਕਰਦਾ ਆ। ਸੋ ਜੇ ਮੈਂ ਪੁੱਛਾਂ ਕਿ ਮਤਲਬ ਜਿਹੜੇ ਸਿੰਗਰ ਟਰਨਡ ਐਕਟਰ ਆ, so don't you think they should learn acting ਕਿਉਂਕਿ ਉਹ natural ਕੰਮ ਚੱਲ ਰਿਹਾ ਹੈ। so I don't think so ਕਿ natural ਕੰਮ ਦੇ ਵਿੱਚ ਮਤਲਬ I think we don't need to call them the actors ਕਿਉਂਕਿ actors ਦਾ ਕੰਮ ਹੁੰਦਾ versatile ਹੋ ਕੇ ਕੰਮ ਕਰਨਾ। for example if I ask you, you are a versatile singer, ਤੁਸੀਂ ਕੁਝ ਵੀ ਗਾ ਸਕਦੇ ਹੋ। but if we talk about actors ਤਾਂ ਮੈਨੂੰ ਤੁਹਾਨੂੰ ਲੱਗਦਾ ਹੈ ਕਿ ਉਹਨਾਂ 'ਚ ਵੀ ਉਹੀ ਕੁਆਲਿਟੀਜ਼ ਹੋਣੀ ਚਾਹੀਦੀ ਹੈ, versatility, ਕਿਉਂਕਿ ਇੱਕ natural ਜੀ ਕਾਮੇਡੀ ਕਰ ਕਰਕੇ ਉਹ ਕਿਤੇ ਤੱਕ ਜਾ ਸਕਦੇ ਨੇ। ਦੇਖੋ ਜਿਹੜੇ ਆਪਣਾ ਆਪਣਾ ਪੰਜਾਬ ਆ ਨਾ, ਇਹ ਹੈਗਾ ਗੜ ਮਿਊਜ਼ਿਕ ਦਾ। ਸੋ ਲੋਕ ਸਾਡੇ ਪੰਜਾਬ ਤੋਂ ਮਿਊਜ਼ਿਕ ਜਿਹੜਾ ਹੈ ਨਾ ਉਹ ਸਿਰਫ ਇੰਡੀਆ 'ਚ ਹੀ ਨਹੀਂ ਵਰਲਡ ਵਾਈਡ ਜਾਂਦਾ ਹੈ ਸਾਰੇ ਪਾਸੇ। ਸੋ ਅਗਰ ਮਿਊਜ਼ਿਕ ਦੀ ਗੱਲ ਜਿੱਥੇ ਵੀ ਆਉਂਦੀ ਆ, ਗੱਲ ਆਉਂਦੀ ਹੈ ਪੰਜਾਬ ਦੀ। ਤੁਸੀਂ ਬਾਲੀਵੁੱਡ 'ਚ ਵੀ ਦੇਖੋ, ਪੰਜਾਬੀ ਗਾਣੇ ਤੋਂ ਬਿਨਾਂ ਅੱਜ ਕੱਲ੍ਹ ਤਾਂ ਉਹਨਾਂ ਤੋਂ ਵੀ ਗੱਲ ਨਹੀਂ ਬਣਦੀ। ਸੋ ਜਦੋਂ ਗੱਲ ਆਉਂਦੀ ਮਿਊਜ਼ਿਕ ਦੀ, ਮਿਊਜ਼ਿਕ ਨਾਲ ਗੱਲ ਆਉਂਦੀ ਹੈ ਸਿੰਗਰਾਂ ਦੀ। ਸੋ ਸਿੰਗਰਸ ਨੂੰ ਇੰਨਾ ਪਿਆਰ ਕਰਦੀ ਆ ਸਾਡੀ ਪੰਜਾਬੀ ਆਡੀਅנס, ਸਾਡਾ ਪੰਜਾਬ ਗਾਇਕੀ ਨੂੰ ਪਿਆਰ ਕਰਦਾ, ਮਿਊਜ਼ਿਕ ਨੂੰ ਪਿਆਰ ਕਰਦਾ। ਤੇ ਮੈਨੂੰ ਲੱਗਦਾ ਇਹੀ ਰੀਜ਼ਨ ਆ ਕਿ ਉਹ ਸਿੰਗਰਸ ਨੂੰ ਐਜ਼ ਐਕਟਰਸ ਦੇਖ ਕੇ ਬਹੁਤ ਖੁਸ਼ ਹੁੰਦੇ ਆ। ਕਿਉਂਕਿ ਜਿੰਨਾ ਉਹਨਾਂ ਨੂੰ ਅਟੈਚਮੈਂਟ ਸਿੰਗਰਸ ਨਾਲ ਆ, ਉਹ ਕਿਤੇ ਨਾ ਕਿਤੇ ਐਕਟਰਸ ਨਾਲ ਇੰਨੀ ਜ਼ਿਆਦਾ ਨਹੀਂ ਹੈਗੀ। ਸੋ ਇਸ ਕਰਕੇ ਆਈ ਥਿੰਕ ਸਿੰਗਰਸ ਦਾ ਫਿਲਮਾਂ 'ਚ ਆਉਣਾ ਬਣਦਾ ਵੀ ਆ ਕਿਉਂਕਿ ਲੋਕ ਪਿਆਰ ਬਹੁਤ ਕਰਦੇ ਆ ਉਹਨਾਂ ਨੂੰ। ਹਾਂ ਰਹੀ ਗੱਲ ਐਕਟਿੰਗ ਦੀ, ਬਹੁਤ ਇਹੋ ਜਿਹੇ ਹੈਗੇ ਨੇ ਸਿੰਗਰ ਜਿਨ੍ਹਾਂ ਨੇ ਇੱਕ ਅੱਧੀ ਫਿਲਮ ਕਰਕੇ ਮੁੜ ਕੇ ਐਕਟਿੰਗ ਵੱਲ ਨਹੀਂ ਕੀਤਾ ਬਿਕਾਜ਼ ਉਹਨਾਂ ਨੂੰ ਮੇਬੀ ਖੁਦ ਰਿਅਲਾਈਜ਼ ਹੋ ਗਿਆ ਹੋਵੇ ਕਿ ਸਾਡੇ ਲਈ ਸਿੰਗਿੰਗ ਠੀਕ ਆ। ਬਟ ਐਂਡ 'ਚ ਉਹੀ ਗੱਲ ਆ ਜਾਂਦੀ ਆ, ਇਹ ਲੋਕਾਂ ਦੀ ਡਿਮਾਂਡ ਆ। ਜਦੋਂ ਐਕਟਰਸ ਆਉਂਦੇ ਆ ਤੇ ਉਹ ਚੀਜ਼ ਉਨੀ ਨਹੀਂ ਚੱਲਦੀ ਹੈਗੀ, ਇੰਨਾ ਹਾਈਪ ਕ੍ਰੀਏਟ ਨਹੀਂ ਹੁੰਦਾ। ਜਦੋਂ ਸਿੰਗਰ ਐਕਟਰ ਬਣ ਕੇ ਆਉਂਦਾ ਆ ਤੇ ਉਦੋਂ ਲੋਕ ਲਾਈਕ ਕਰਦੇ ਆ, ਲੋਕਾਂ ਨੂੰ ਚੰਗਾ ਲੱਗਦਾ ਆ। ਸੋ ਇਹ ਟ੍ਰੈਂਡ ਚੱਲ ਰਿਹਾ ਤੇ ਉਹੀ ਗੱਲ ਆ ਗਈ ਹੈ ਕਿ ਜਿਹੜਾ ਮਿਹਨਤੀ ਆ ਉਹਨੇ ਟਿਕਿਆ ਰਹਿਣਾ। ਫਿਰ ਜਿਹੜਾ ਜਸਟ ਏਦਾਂ ਹੀ ਆਇਆ ਹੋਇਆ ਤੇ ਫਿਰ ਉਹ ਆਪੇ ਸਮਝ ਜਾਂਦੇ ਆ ਤੇ ਕੁਝ ਵੈਸੇ ਹੀ ਨਹੀਂ ਫਿਲਮਾਂ ਚੱਲਦੀਆਂ ਹੈਗੀਆਂ। ਰਹੀ ਗੱਲ ਕਾਮੇਡੀ ਦੀ, ਤੇ ਮੈਂ ਪਹਿਲਾਂ ਵੀ ਆਈ ਥਿੰਕ ਇਸ ਇੰਟਰਵਿਊ 'ਚ ਕਿਹਾ ਸੀਗਾ ਕਿ ਨਹੀਂ, ਆਪਣੇ ਪੰਜਾਬੀ ਹੁਣ ਇੰਡਸਟਰੀ 'ਚ ਬਹੁਤ ਤਰ੍ਹਾਂ ਦੇ ਸਬਜੈਕਟਸ ਤੇ ਬਣ ਰਹੀ ਆ ਮੂਵੀ, ਬਟ ਕਿਤੇ ਨਾ ਕਿਤੇ ਘੁੰਮ ਕੇ ਕਾਮੇਡੀ ਜ਼ਿਆਦਾ। ਦੈਟਸ ਬਿਕਾਜ਼ ਅਗੇਨ ਕਿ ਉਹੀ ਲੋਕ ਦੇਖਦੇ ਨੇ, ਉਹੀ ਪਸੰਦ ਕਰਦੇ ਨੇ। ਆਈ ਥਿੰਕ ਇੱਕ ਦੋ ਫਿਲਮਾਂ ਬਣੀਆਂ ਵੀ ਸੀਗੀਆਂ ਅਲੱਗ ਕਨਸੈਪਟ ਤੇ, ਬਣਦੀਆਂ ਵੀ ਨੇ, ਆਈ ਥਿੰਕ ਬਣਨਗੀਆਂ ਵੀ ਨਹੀਂ ਅੱਗੇ। ਬਟ ਇਟਸ ਆਲ ਔਨ ਦ ਰਿਸਪੌਂਸ, ਜਿਹੋ ਜਿਹਾ ਰਿਸਪੌਂਸ ਮਿਲਦਾ ਉਹੋ ਜਿਹਾ ਕੰਮ ਹੁੰਦਾ ਰਹਿੰਦਾ। ਬਿਲਕੁਲ ਬਿਲਕੁਲ। ਸੋ ਆਈ ਡੋਂਟ ਨੋ, ਇਟਸ ਮਾਈ ਪਰਸਨਲ ਥਾਟ ਫॉर ਯੂ ਕਿ ਮੈਨੂੰ ਤੁਹਾਨੂੰ ਦੇਖ ਕੇ ਲੱਗਦਾ ਨਾ ਕਿ ਤੁਸੀਂ ਪੇੜ ਚਾਲ 'ਚ ਨਹੀਂ ਜਾਣਾ ਚਾਹੁੰਦੇ, ਤੁਸੀਂ ਇਕੱਲੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ। whether you'll get 1% or 100%, it's fine with your case, it's your big deal kind ਸਹੀ of. ਸਹੀ ਪਹਿਚਾਣਿਆ, ਬਿਲਕੁਲ so ਬਿਲਕੁਲ। ਜੀ 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 ਉਹ ਗੱਲ ਕਰਕੇ ਵੀ ਰਿਅਲਾਈਜ਼ ਥਿੰਗਸ। ਆਪਾਂ ਪਹਿਲੀ ਵਾਰ ਗੱਲ ਕਰ ਰਹੇ ਹਾਂ ਬਟ ਉਹ ਵਾਈਬਸ ਜਿਵੇਂ ਮੈਂ ਤੁਹਾਨੂੰ ਕਿਹਾ ਆ ਜਾਂਦੀਆਂ ਹੁੰਦੀਆਂ ਕਿਸੇ ਵੀ ਬੰਦੇ ਤੋਂ whenever we talking to each other. ਸੋ ਕੀ ਤੁਸੀਂ ਜਿਵੇਂ ਅੱਜ ਕੱਲ੍ਹ ਜਾਂ ਆਪਾਂ ਬਾਲੀਵੁੱਡ ਦਾ ਐਗਜ਼ਾਮਪਲ ਲੈ ਲਈਏ, ਸਭ ਫਰੈਂਡਸ ਆ, every I don't think so competition ਹੈਗਾ but they are not showing to anyone. So if I ask you, do you have any good friend ਜਾਂ ਫਿਰ ਜਿਹਨੂੰ ਤੁਸੀਂ ਸਾਰੇ ਸੀਕ੍ਰੇਟ ਦੱਸ ਸਕਦੇ ਹੋ, whether it's professional or personal, ਇੰਡਸਟਰੀ 'ਚ ਕੋਈ ਫਰੈਂਡ ਤੁਹਾਡਾ? ਆਰਟਿਸਟ ਜਾਂ ਆਰਟਿਸਟ ਪੰਜਾਬੀ ਇੰਡਸਟਰੀ ਤੋਂ? ਪੰਜਾਬੀ ਇੰਡਸਟਰੀ 'ਚੋਂ ਤੁਸੀਂ ਮੈਨੂੰ ਨਹੀਂ ਲੱਗਦਾ ਇੰਡਸਟਰੀ ਦੇ ਵਿੱਚ ਕੋਈ ਕਿਸ ਦਾ ਫਰੈਂਡ ਹੈ, ਨੰਬਰ 1 ਗੱਲ। ਠੀਕ ਆ, ਜੇ ਕੋਈ ਹੈਗਾ ਵੀ ਆ ਤੇ ਉਹ ਕਿਤੇ ਨਾ ਕਿਤੇ ਐਟ ਸਮ ਪੁਆਇੰਟ ਜਾ ਕੇ ਕੰਪੀਟੀਸ਼ਨ 'ਚ ਫਸ ਜਾਂਦੇ ਆ ਕਿਉਂਕਿ ਦਿਸ ਇਜ਼ ਨੈਚੁਰਲ ਹੈ ਨਾ। ਪਤਾ ਹੁੰਦਾ ਕਿ ਇਹ ਕਿਤੇ ਨਾ ਕਿਤੇ ਮੇਰਾ ਕੰਪੀਟੀਸ਼ਨ ਆ। ਤਾਂ ਤੁਸੀਂ ਪਰਸਨਲੀ ਕਿਸੇ ਵੀ ਸਿੰਗਰ ਨੂੰ, ਕਿਸੇ ਵੀ ਆਰਟਿਸਟ ਨੂੰ ਪੁੱਛੋਗੇ, ਉਹ ਵੀ ਇਹੀ ਗੱਲ ਕਹਿਣਗੇ ਜ਼ਰੂਰ। ਕੋਈ ਨਹੀਂ ਏਦਾਂ ਹੈਗਾ ਕਿ ਸੱਚੇ ਦਿਲੋਂ ਕੋਈ ਫਰੈਂਡ ਹੈਗਾ ਆ ਜਾਂ ਫਰੈਂਡਸ਼ਿਪ ਉਹਨਾਂ ਦੀ ਬਹੁਤ ਬਰਕਰਾਰ ਆ। ਤੁਸੀਂ ਦੇਖਦੇ ਵੀ ਆਏ ਹੋਵੋਗੇ ਕਿ ਜਿਨ੍ਹਾਂ ਦੀ ਜੋੜੀਆਂ ਬਣੀਆਂ ਵੀ ਹੋਈਆਂ ਉਹ ਵਿਦ ਟਾਈਮ ਟੁੱਟ ਚੁੱਕੀਆਂ ਨੇ। ਬਿਲਕੁਲ। ਸੋ ਉਹਦਾ ਰੀਜ਼ਨ ਹੀ ਇਹ ਆ। ਸੋ ਕਿਤੇ ਨਾ ਕਿਤੇ ਇੱਕ ਇਨਸਿਕਿਉਰਿਟੀ, ਇੱਕ ਕੰਪੀਟੀਸ਼ਨ ਦੀ ਫੀਲਿੰਗ ਅੰਦਰ ਆਉਣ ਲੱਗ ਪੈਂਦੀ ਆ, ਜੋ ਕਿ ਹੋਵੇ ਚਾਹੇ ਨਾ ਵੀ ਹੋਵੇ। ਉਹ ਹਿਊਮਨ ਨੇਚਰ ਆ, ਉਹ ਏਦਾਂ ਹੋ ਕੇ ਜਾਂਦਾ ਨੇ, ਚੱਲਦਾ ਨਹੀਂ ਹੈਗਾ। ਬਾਕੀ ਮੈਂ ਵੀ ਜਿੱਦਾਂ ਤੁਸੀਂ ਕਿਹਾ ਕਿ ਮੈਂ ਭੇਡ ਚਾਲ 'ਚ ਬਿਲਕੁਲ ਨਹੀਂ ਹੈਗੀ, ਤੇ ਜਿੰਨਾ ਚਿਰ ਇੰਡਸਟਰੀ 'ਚ ਰਹਿ ਕੇ ਕੰਮ ਕਰਦੇ ਆ ਉਹਦੇ ਇਲਾਵਾ ਇੱਕ ਆਪਣੀ ਲਾਈਫ ਆ। ਸੋ ਇਹਨੂੰ ਮਿਕਸ ਅਪ ਨਹੀਂ ਕਰਦੀ ਮੈਂ।
ਤੇ ਹਾਂ ਬਹੁਤ ਜਣੇ ਨਾਲ ਫਰੈਂਡਸ਼ਿਪ ਹੈਗੀ ਆ, ਗੱਲਬਾਤ ਕਰੀਦੀ ਆ ਆਪਾਂ। ਮੇਰੀ ਫਰੈਂਡ ਹੈਗੀ ਆ ਸੁਖ ਘੁੰਮਣ, ਸ਼ੀ ਇਜ਼ ਮਾਈ ਫਰੈਂਡ, ਹੈ ਨਾ। ਤੇ ਉਹ ਵੀ ਬਹੁਤ ਪਹਿਲਾਂ ਤੋਂ ਇੰਡਸਟਰੀ 'ਚ ਗਾ ਰਹੀ ਆ, ਲੇਕਿਨ ਟਰਾਈ ਕਰ ਰਹੀ ਹੈ ਉਹ ਵੀ ਹੁਣ ਤੱਕ ਵੀ ਵਧੀਆ ਵਧੀਆ ਗਾਣੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਟ ਕੰਪੀਟੀਸ਼ਨ ਇੰਨਾ ਹੈ ਕਿ ਅੱਜ ਕੱਲ ਇੰਨਾ ਕੁਝ ਚਾਹੀਦਾ ਹੈ ਕਿ ਗਾਣਾ ਕਰਨ ਨੂੰ, ਕਿ ਉਹ ਹਰੇਕ ਦੇ ਲਈ ਪੋਸੀਬਲ ਨਹੀਂ ਹੋ ਪਾਉਂਦਾ ਹੈ। ਸ਼ੀ ਇਜ਼ ਮਾਈ ਫਰੈਂਡ ਐਂਡ ਅਸੀਂ ਕੈਨੇਡਾ ਟੂਰ ਤੇ ਇੱਕ ਸਾਥ ਸੀਗੇ 2016 ਕੈਨੇਡਾ ਟੂਰ ਤੇ ਉੱਥੇ ਅਸੀਂ ਫਰੈਂਡਸ ਬਣ ਗਏ ਸੀਗੇ, ਤੇ ਉੱਥੋਂ ਤੋਂ ਅਸੀਂ ਅੱਜ ਵੀ ਫਰੈਂਡਸ ਆ। ਐਂਡ ਉੱਥੇ ਉਸ ਟੂਰ 'ਚ ਹੋਰ ਵੀ ਬਹੁਤ ਜਾਣੇ ਸੀਗੇ, ਤੇ ਉਹਨਾਂ ਨਾਲ ਜਿਹੜੀ ਫਰੈਂਡਸ਼ਿਪ ਆ ਉਹ ਅੱਜ ਵੀ ਬਰਕਰਾਰ ਆ, ਵਧੀਆ ਆ, ਤੇ ਰੱਬ ਕਰੇ ਏਦਾਂ ਹੀ ਰਵੇ। ਤੇ ਬਾਕੀ ਉਹ ਇਸ ਕਰਕੇ ਬਰਕਰਾਰ ਹੈ ਕਿਉਂਕਿ ਅਸੀਂ ਆਪਣੀ ਲਾਈਨ ਨੂੰ, ਸਿੰਗਿੰਗ ਨੂੰ ਤੇ ਫਰੈਂਡਸ਼ਿਪ ਨੂੰ ਮਿਕਸ ਨਹੀਂ ਕਰਦੇ। ਉਹ ਅਲੱਗ ਆ, ਉਹ ਅਲੱਗ ਆ। ਤੇ ਜਦੋਂ ਉਹ ਚੀਜ਼ਾਂ ਮਿਕਸ ਹੋ ਜਾਂਦੀਆਂ ਫਿਰ ਆਈ ਐਮ ਸ਼ੋਰ ਕਿ ਕਿਤੇ ਵੀ ਇਨਸਿਕਿਉਰਿਟੀ ਆ ਜਾਂਦੀ ਹੈ। ਜੀ ਸੋ ਆਈ ਇਹ ਥਿੰਕ ਗੱਲ ਯੂ ਭੇਡ ਚਾਲ ਦੀ ਤੁਸੀਂ ਨੋਟਿਸ ਕੀਤੀ, ਤੁਸੀਂ ਮਤਲਬ ਮੈਂ ਜੇ ਭੇਡ ਚਾਲ 'ਚ ਚੱਲਣਾ ਹੀ ਹੁੰਦਾ ਤੇ ਫਿਰ ਅੱਜ ਮੇਰੇ ਗਾਣੇ ਵੀ ਹੋਰ ਤਰ੍ਹਾਂ ਦੇ ਹੋਣੇ ਸੀਗੇ, ਤੇ ਮੇਰੀ ਸਿੰਗਿੰਗ ਵੀ ਹੋਰ ਤਰ੍ਹਾਂ ਦੀ ਹੋਣੀ ਸੀਗੀ, ਤੇ ਸਭ ਕੁਝ ਡਿਫਰੈਂਟ ਹੋਣਾ ਸੀਗਾ। ਹਾਲਾਂਕਿ ਮੈਨੂੰ ਬਹੁਤ ਲੋਕਾਂ ਨੇ ਕਿਹਾ ਆ ਕਿ ਤੁਸੀਂ ਏਦਾਂ ਕਰਿਆ ਕਰੋ, ਆਹ ਟ੍ਰੈਂਡ ਚੱਲਦਾ ਆ, ਏਦਾਂ ਦੇ ਗਾਣੇ ਗਾਓ, ਮਤਲਬ ਉਹ ਚੀਜ਼ ਕਰੋ ਜੋ ਚੱਲ ਰਹੀ ਆ। ਪਰ ਮੈਂ ਨਹੀਂ ਕਰਦੀ, ਜੋ ਮੇਰੇ ਦਿਲ ਨੂੰ ਚੰਗਾ ਲੱਗਦਾ ਮੈਂ ਉਹ ਕਰਦੀ। ਜੀ I totally agree with that. As I said ਕਿ ਵਾਈਬਸ ਮਿਲ ਜਾਂਦੀ ਹੁੰਦੀ ਆ। ਸੋ of course ਹਲੇ ਉੱਥੇ ਲੋਕਡਾਊਨ 'ਚ ਬੈਠੇ ਹੋ, ਬਟ I really want you to come to India and projects ਮੈਂ ਤੁਹਾਡੇ ਦੇਖਾ ਸਭ ਤੋਂ ਡਿਫਰੈਂਟ, ਸਭ ਤੋਂ ਅਲੱਗ। I am waiting for that. So if I ask you ਕਿ ਇਸ ਤੋਂ ਪਹਿਲਾਂ ਕੀ ਪਲਾਨ ਸੀਗੇ ਜਾਂ ਹੁਣ ਕੀ ਪਲਾਨਸ ਨੇ ਇਸ ਤੋਂ ਬਾਅਦ, ਕੁਝ ਕਿਹੋ ਜਿਹਾ ਮਿਊਜ਼ਿਕ ਦੇਣ ਵਾਲੇ ਹੋ? ਵੈਲ ਸੌਂਗਸ ਸੀਗੇ ਜਿਹੜੇ ਕਿ ਰਿਲੀਜ਼ ਹੋਣ ਵਾਲੇ ਸੀਗੇ, ਤੇ ਕੁਝ ਸ਼ੂਟ ਕਰਨ ਵਾਲੇ ਆ, ਤੇ ਸਾਰਿਆਂ ਦਾ ਆਈ ਥਿੰਕ ਮੈਸਅਪ ਹੋਇਆ ਆਹ ਕੰਮ ਲੋਕਡਾਊਨ ਦੀ ਵਜ੍ਹਾ ਨਾਲ। ਤੇ ਇਸ ਕਰਕੇ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਕਿ ਕਦੋਂ ਕਿਹੜਾ ਪ੍ਰੋਜੈਕਟ ਰਿਲੀਜ਼ ਹੋਗਾ ਤੇ ਕਦੋਂ ਕਿੱਦਾਂ ਬਣੂਗਾ। ਵੀ ਆਰ ਜਸਟ ਵੇਟਿੰਗ ਕਿ ਇਹ ਫਟਾਫਟ ਖਤਮ ਹੋ ਜਾਵੇ ਜੋ ਵੀ ਹੈਗਾ ਆਹ, ਤੇ ਉਸ ਤੋਂ ਬਾਅਦ ਸਾਰੇ ਜਣੇ ਅਸੀਂ ਆਪਣੇ ਕੰਮਾਂ ਨੂੰ ਵਾਪਸ ਲੱਗੀਏ। ਬਿਕਾਜ਼ ਸਿਰਫ ਇੰਡਸਟਰੀ 'ਚ ਆਰਟਿਸਟ ਨਹੀਂ, ਆਰਟਿਸਟ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੁੰਦੇ ਆ, ਬਹੁਤ ਜਣਿਆਂ ਦੀ ਰੋਜ਼ੀ ਰੋਟੀ ਚੱਲਦੀ ਹੈ ਸ਼ੂਟਿੰਗਸ ਤੋਂ। ਤੇ ਉਹ ਮੈਨੂੰ ਆਈ ਡੋਂਟ ਨੋ ਕਿ ਉਹ ਕਿੱਦਾਂ ਇਸ ਟਾਈਮ ਸਰਵਾਈਵ ਕਰ ਰਹੇ ਆ, ਕਿੱਦਾਂ ਉਹਨਾਂ ਦੀ ਰੋਟੀ ਚੱਲਦੀ ਹੋਣੀ ਹੈ, ਕਿਉਂਕਿ ਉਹ ਪਰ ਡੇ ਜਿੱਦਾਂ ਕੰਮ ਕਰ ਲਿਆ, ਦਿਹਾੜੀ ਜਿਹਨੂੰ ਕਹਿੰਦੇ ਆ, ਸੇ ਉਸ ਬੇਸਿਸ ਤੇ ਕੰਮ ਕਰਦੇ ਆ। ਇੱਕ ਆਰਟਿਸਟ ਨਾਲ ਬਹੁਤ ਲੋਕ ਜੁੜੇ ਹੁੰਦੇ ਆ, ਤੇ ਮੈਂ ਚਾਹੁੰਦੀ ਫਟਾਫਟ ਉਹ ਸ਼ੁਰੂ ਹੋ ਜਾਏ, ਤੇ ਪ੍ਰੋਜੈਕਟਸ ਉਸ ਤੋਂ ਬਾਅਦ ਜਦੋਂ ਕੰਮ ਸ਼ੁਰੂ ਹੋ ਜਾਏ, ਇਹ ਜ਼ਰੂਰੀ ਆ ਕਿ ਲਾਈਫ ਨਾਰਮਲ ਟਰੈਕ ਤੇ ਆ ਜਾਵੇ। ਪ੍ਰੋਜੈਕਟਸ ਉਸ ਤੋਂ ਬਾਅਦ ਤਾਂ ਹੁੰਦੇ ਰਹਿਣਗੇ, ਐਂਡ ਮੂਵੀਜ਼ ਐਂਡ ਪ੍ਰੋਜੈਕਟਸ ਐਂਡ ਸੌਂਗਸ ਸਾਰਾ ਕੁਝ ਹੈਗਾ ਆ। ਤੇ ਵਿਦ ਟਾਈਮ ਜਿੱਦਾਂ ਜੋ ਵੀ ਆਉਂਦਾ ਰਹੂਗਾ ਮੈਂ ਸੋਸ਼ਲ ਮੀਡੀਆ ਤੇ ਅਪਡੇਟ ਕਰਦੀ ਰਹੂੰਗੀ। ਜੀ ਡੈਫੀਨਿਟਲੀ ਆਈ ਫੋਲੋ ਐਂਡ ਆਈ ਮੀਟ ਯੂ ਸੂਨ ਜਦ ਤੁਸੀਂ ਆਉਂਗੇ ਇੱਥੇ। ਸੋ ਇਟ ਵਾਸ ਲਵਲੀ ਟਾਕਿੰਗ ਟੂ ਯੂ। ਪਲੀਜ਼ ਆਪ ਦਾ ਖਿਆਲ ਰੱਖੋ, ਜਦ ਇਹ ਸਾਰਾ ਕੁਝ ਖਤਮ ਹੋ ਜਾਏ ਪਲੀਜ਼ ਵੈਲਕਮ ਟੂ ਇੰਡੀਆ ਐਂਡ ਵਿਲ ਮੀਟ, ਵਿਲ ਡਿਸਕਸ ਅਬਾਊਟ ਯੂਰ ਪ੍ਰੋਜੈਕਟਸ। ਅੱਜ ਦੇ ਲਈ ਥੈਂਕ ਯੂ ਸੋ ਮਚ, ਬਿਕਾਜ਼ ਮੈਂ ਦੁਬਾਰਾ ਕਵਾਂਗੀ ਸ਼ੀ ਇਜ਼ ਇਨ ਕੈਨੇਡਾ ਰਾਈਟ ਨਾਓ, ਉੱਥੇ ਸਵੇਰ ਹੋਈ ਆ, ਆਈ ਵੋਂਟ ਟੇਕ ਮਚ ਟਾਈਮ, ਪਲੀਜ਼ ਇੰਜੋਏ ਯੂਰ ਡੇ। Thank you so much, Sonali. It was nice talking to you. You also take care. ਤੇ ਬਾਕੀ ਤੁਸੀਂ ਸਾਰੇ ਜਾਣੇ ਵੀ ਆਪਣਾ ਖਿਆਲ ਰੱਖੋ। ਜੀ ਥੈਂਕ ਯੂ ਸੋ ਮਚ। ਵੈਲ ਇਹ ਸੀ ਸਾਡੇ ਨਾਲ ਬੋਬੀ ਜਿਨ੍ਹਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀ, ਬਹੁਤ ਕਲੀਅਰ ਗੱਲਾਂ ਕੀਤੀਆਂ, ਤੇ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਪਤਾ ਲੱਗੀ। ਬਟ ਰਾਈਟ ਨਾਓ ਸਿਰਫ ਆਹੀ ਰਿਕੁਐਸਟ ਆ, ਹਰ ਇੰਟਰਵਿਊ ਦੇ ਵਿੱਚ, ਹਰ ਖਬਰ ਦੇ ਵਿੱਚ ਅਸੀਂ ਆਹੀ ਬੋਲਦੇ ਆ, ਤੁਸੀਂ ਪਲੀਜ਼ ਆਪ ਦਾ ਖਿਆਲ ਰੱਖੋ, ਆਪਣੀ ਫੈਮਿਲੀ ਦਾ ਖਿਆਲ ਰੱਖੋ, ਤੇ ਰੱਬ ਅੱਗੇ ਅਰਦਾਸ ਕਰੋ ਐਂਡ ਕੀਪ ਵਾਚਿੰਗ ਅਸ। ਥੈਂਕ ਯੂ ਸੋ ਮਚ। ਫॉर ਨਾਓ ਔਨਵਰਡਸ ਦਿਸ ਇਜ਼ ਮੀ ਸੋਨਾਲੀ ਸਾਈਨਿੰਗ ਆਫ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।